वो 3 चरसी ना चरस पी के वाह सारी ओवर चरस पी के और सस्ती चरस पी के नशे ਜਦੋਂ ਆਏ ਨਾ ਤੇ ਆਪਸ ਵਿੱਚ ਗੱਲਾਂ ਬਾਤਾਂ ਕਰਨ ਲੱਗ ਪਏ। ਇੱਕ ਜਣਾ ਕਹਿੰਦਾ ਵੀ ਯਾਰ ਆਪਾਂ ਸਾਰੀ ਜ਼ਿੰਦਗੀ ਗੁਨਾਹ ਕੀਤੇ ਹਨ, ਗੰਦੇ ਕੰਮ ਕੀਤੇ ਹਨ, ਕੋਈ ਸਵਾਬ ਦਾ ਕੰਮ ਨਹੀਂ ਕੀਤਾ, ਕੋਈ ਨੇਕੀ ਨਹੀਂ ਕੀਤੀ। ਦੂਜਿਆਂ ਦਾ ਯਾਰ ਗੱਲ ਤੇ ਤੂੰ ਠੀਕ ਕਰ ਰਿਹਾ ਨਾ, ਆਪਾਂ ਬੱਚਿਆਂ ਨੂੰ ਟਾਈਮ ਦੇ ਸਕੇ, ਆਪਣੀ ਜ਼ਿੰਦਗੀ ਖਰਾਬ ਹੋ ਗਈ, ਵਕਤ ਆਪਾਂ ਜ਼ਾਇਆ ਕਰ ਦਿੱਤਾ, ਜਵਾਨੀ ਜ਼ਾਇਆ ਕਰ ਦਿੱਤੀ, ਰਿਸ਼ਤੇ ਜ਼ਾਇਆ ਕਰ ਦਿੱਤੇ, ਪੈਸੇ ਜ਼ਾਇਆ ਕਰ ਦਿੱਤੇ, ਆਪਾਂ ਕੋਈ ਵੀ ਨੇਕੀ ਦਾ ਕੰਮ ਨਹੀਂ ਕੀਤਾ ਔਰ ਆਪਾਂ ਮਰਨਾ ਵੀ ਹੈ ਔਰ ਮਰਨ ਤੋਂ ਬਾਅਦ ਹਿਸਾਬ ਵੀ ਹੋਏਗਾ। ਜੋ ਅੱਲਾ ਨੇ ਆਪਣੀ ਜਵਾਨੀ ਦਿੱਤੀ, ਪੈਸੇ ਦਿੱਤੇ, ਸਾਰਾ ਕੁਝ ਕੀਤਾ ਤੇ ਆਪਾਂ ਕੀ ਜਵਾਬ ਦੇਵਾਂਗੇ। ਉਹ ਤੀਜਾਂ ਦਾ ਵੀ ਯਾਰ ਆਓ ਅੱਜ ਕੋਈ ਨਾ ਕੋਈ ਨੇਕੀ ਦਾ ਕੰਮ ਕਰੀਏ ਔਰ ਅਗਾਂ ਤੋਂ ਕੋਈ ਨਾ ਕੋਈ ਨੇਕੀ ਦਾ ਕੰਮ ਕੀਤਾ ਕਰੀਏ। ਉਹ ਜਨਾਬ ਨੇ ਟੁਰ ਪਏ। ਹੁਣ ਦੁਪਹਿਰ ਦਾ ਟਾਈਮ ਆ, ਉਸ ਟਾਈਮ ਸੂਰਜ ਸਿਰ ਤੇ ਆ, ਬੜੀ ਧੁੱਪ ਪੈ ਰਹੀ ਸੀ। ਉਹ ਜਦੋਂ ਬਾਹਰ ਨਿਕਲੇ ਨਾ ਉਹਨਾਂ ਵੇਖਿਆ ਵੀ ਯਾਰ ਇਹ ਮਸਜਿਦ ਜਿਹੜੀ ਹੈ ਨਾ ਇਹ ਧੁੱਪੇ ਖੜੀ ਹੈ, ਧੁੱਪ ਬੜੀ ਪੈ ਰਹੀ ਸੀ ਨਾ। ਉਹਨਾਂ ਕਹਾ ਵੀ ਯਾਰ ਇਹ ਨੇਕੀ ਦਾ ਕੰਮ ਹੈ, ਮਸਜਿਦ ਆਪਣੇ ਵਾਸਤੇ ਬੜੀ ਕਾਬਲੇ ਇਹਤਰਾਮ ਅੱਲਾਹ ਪਾਕ ਦਾ ਘਰ ਹੈ, ਆਪਾਂ ਇਹਨੂੰ ਛਾਵੇਂ ਕਰੀਏ ਚਾ। ਉਹਨਾਂ ਕਹਾ ਵੀ ਯਾਰ ਗੱਲ ਤੇਰੀ ਠੀਕ ਹੈ। ਉਹ ਜਨਾਬ ਜਿਹੜਾ ਹੈ ਨਾ ਮਸਜਿਦ ਨੂੰ ਪਿਛਲੀ ਸਾਈਡ ਧੱਕਾ ਲਾਉਣਾ ਸ਼ੁਰੂ ਹੋਣਾ ਕਰ ਦਿੱਤਾ। ਉਹਨਾਂ ਬੜਾ ਧੱਕਾ ਲਾਇਆ ਤੇ ਮਸਜਿਦ ਹਿੱਲੇ ਹੀ ਨਾ। ਉਹ ਇੱਕ ਜਿਹੜੇ ਨੇ ਕਿਹਾ ਵੀ ਯਾਰ ਮੈਂ ਵੇਖ ਕੇ ਆਣਾ ਵੀ ਕੋਈ ਅੱਗੂ ਕੋਈ ਇੱਟ ਰੋੜਾ, ਕੋਈ ਬੰਦਾ, ਕੋਈ ਗੱਲਬਾਤ ਨਹੀਂ ਕੀਤੀ ਖੜਾ। ਉਹ ਗਿਆ ਤੇ ਅੰਦਰ ਜਿਹੜਾ ਹੈ ਮੌਲਵੀ ਸਾਹਿਬ ਨਮਾਜ਼ ਪੜ੍ਹਦੇ ਪਏ ਸਨ। ਉਹ ਲਗਾ ਗਿਆ ਤੇ ਉਹਨੇ ਮੌਲਵੀ ਸਾਹਿਬ ਨੂੰ 3-4 ਚਪੇੜਾ ਰੱਖ ਕੇ ਮਾਰੀਆਂ। ਸਜਦੇ 'ਚ ਮੌਲਵੀ ਸਾਹਿਬ ਗਏ ਹੋਏ ਸਨ, ਤੂੰ ਖਲੋ ਗਿਆ, 2-4 ਚਪੇੜਾ ਉਹਨੇ ਮਾਰ ਲਈਆਂ। ਮੌਲਵੀ ਨੂੰ ਪੁੱਛਦਾ ਵੀ ਕੀ ਮਸਲਾ ਹੋਇਆ। ਉਹਨੇ ਕਿਹਾ ਵੀ ਅੱਲਾ ਦੇ ਬੰਦਿਆ ਅਸੀਂ ਸਵੇਰ ਦਾ ਧੱਕਾ ਲਾਈ ਜਾ ਰਹੇ ਹਾਂ, ਤੂੰ ਅੰਦਰ ਬ੍ਰੇਕਾਂ ਨਾਪ ਕੇ ਬੈਠਾ ਹੋਇਆ। ਅੱਛਾ ਇਸ ਲਤੀਫੇ ਦਾ ਇਸ ਗੱਲ ਨਾਲ ਕੋਈ ਤਾਲੁਕ ਨਹੀਂ ਭਾਈ ਜਾਨ। ਅੱਜ ਸਾਡੀ ਕੌਮ ਜਿਹੜੀ ਹੈ ਨਾ ਉਹ ਸਰਾਪਾ ਇਹਤਜਾਜ ਹੈ। ਪਾਕਿਸਤਾਨ ਦੇ ਵਿੱਚ ਬਿਜਲੀ ਦਾ 1 ਯੂਨਿਟ 65 ਰੁਪਏ ਦਾ ਹੈ। ਬਿਜਲੀ ਦੇ ਬਿੱਲ ਦੇ ਵਿੱਚ ਰੇਡੀਓ ਦਾ ਬਿੱਲ ਵੀ ਲੱਗ ਗਿਆ, ਇਨਕਮ ਟੈਕਸ ਦਾ ਬਿੱਲ ਵੀ ਲੱਗ ਗਿਆ ਔਰ ਬਟਗ੍ਰਾਮ ਦੇ ਵਿੱਚ ਜਿਹੜਾ ਪਿਛਲੇ ਦਿਨ ਵਾਕਿਆ ਹੋਇਆ ਸੀ ਨਾ ਉਹਦੀ ਫੀਸ ਵੀ ਪਾ ਦਿੱਤੀ ਗਈ। ਨੀਲਮ ਜੇਲਮ ਡੈਮ ਦੀ ਫੀਸ ਵੀ ਅਸੀਂ ਦੇ ਰਹੇ ਹਾਂ, ਟੈਲੀਵਿਜ਼ਨ ਦੀ ਫੀਸ ਵੀ ਅਸੀਂ ਦੇ ਰਹੇ ਹਾਂ। ਇਹ ਚੀਜ਼ਾਂ ਅਸੀਂ ਇਸਤੇਮਾਲ ਨਹੀਂ ਕਰ ਰਹੇ। ਔਰ ਉਸ ਤੋਂ ਬਾਅਦ 50% ਟੈਕਸ ਹੁੰਦਾ ਹੈ ਤੇ 50% ਸਾਡੇ ਯੂਨਿਟ ਜਿਹੜੇ ਹਨ ਉਹਨਾਂ ਦੀ ਕੀਮਤ ਹੁੰਦੀ ਹੈ ਜਿਹੜੀ ਅਸੀਂ ਇਸਤੇਮਾਲ ਕਰ ਰਹੇ ਹਾਂ। ਪਾਕਿਸਤਾਨ ਦੀ ਤਾਰੀਖ ਦੇ ਵਿੱਚ ਜਦੋਂ ਦਾ ਪਾਕਿਸਤਾਨ ਬਣਿਆ ਨੂੰ 76 ਸਾਲ ਹੋ ਗਏ, ਇਹਦੇ ਵਿੱਚ ਅੱਜ ਤੱਕ ਬਿਜਲੀ ਦੇ ਬਿੱਲ ਦੀ ਵਜ੍ਹਾ ਨਾਲ ਇਤਨੀ ਅਮਵਾਤ ਜਾਂ ਇੰਨੀ ਖੁਦਕੁਸ਼ੀਆਂ ਨਹੀਂ ਹੋਈਆਂ ਜਿੰਨੀਆਂ ਇਸ ਦਫਾ ਹੋਈਆਂ। 15 ਬੰਦੇ ਕਮ ਅਜ਼ ਕਮ ਖੁਦਕੁਸ਼ੀ ਕਰਕੇ ਜਾਨੇ ਫਾਨੀ ਤੋਂ ਰੁਖਸਤ ਹੋ ਗਏ ਕਿ ਅਸੀਂ ਬਿੱਲ ਕਿੱਥੋਂ ਭਰੀਏ। ਗੁਰਬਤ ਗੋਡੇ ਗੋਡੇ ਹੈ। ਇਸ ਟਾਈਮ ਤੁਸੀਂ ਭਾਈਜਾਨ ਦੁੱਧ ਦਾ ਰੇਟ, ਅੰਡਿਆਂ ਦਾ ਰੇਟ, ਚੀਨੀ ਦਾ ਰੇਟ, ਆਟੇ ਦਾ ਰੇਟ, ਬਿਜਲੀ ਦਾ ਬਿੱਲ, ਪੈਟਰੋਲ, ਹਰ ਚੀਜ਼ ਜਿਹੜੀ ਹੈ ਪੈਟਰੋਲ ਦੇ ਨਾਲ ਮਹਿੰਗੀ ਹੋ ਗਈ। ਗਰੀਬ ਆਦਮੀ ਜਿਹੜਾ ਹੈ ਉਹਦੀ ਤਨਖਾਹ ਉਨੀ ਵਧੀ ਨਹੀਂ। ਠੀਕ ਹੈ। ਔਰ ਮਜ਼ੇ ਵਾਲੀ ਗੱਲ ਪਤਾ ਕੀ ਹੈ, ਉਹ ਇਹ ਹੈ ਕਿ ਹੁਣ ਜਿਹੜਾ ਆਵਾਮ ਸਰਾਪਾ ਇਹਤਜਾਜ ਹੈ, ਇਸ ਆਵਾਮ ਨੂੰ ਮੇਰਾ ਪੈਗਾਮ ਮੈਂ ਦੇਣਾ ਚਾਹ ਰਿਹਾ ਕਿ IMF ਤੋਂ ਜਦੋਂ ਕੋਈ ਵੀ ਬੰਦਾ ਪੈਸੇ ਲੈਂਦਾ ਹੈ ਨਾ, ਖਾਸ ਤੌਰ ਤੇ ਪਾਕਿਸਤਾਨ ਦੀ IMF ਨਾਲ ਡੀਲ ਇਹ ਹੁੰਦੀ ਹੈ ਵੀ ਭਾਈਜਾਨ ਜੋ ਤੁਹਾਨੂੰ ਪੈਸੇ ਚਾਹੀਦੇ ਹਨ ਉਹ ਪੈਸੇ ਤੁਹਾਨੂੰ ਅਸੀਂ ਦੇ ਦਿੰਦੇ ਹਾਂ, ਤੁਸੀਂ ਵਾਪਸ ਕਿਵੇਂ ਕਰੋਗੇ। ਇਹ ਫਿਰ ਫੀਜ਼ੀਬਿਲਿਟੀ ਰਿਪੋਰਟ ਬਣਾ ਕੇ ਦਿੰਦੇ ਹਨ। ਭਾਈਜਾਨ ਬਿਜਲੀ ਅਸੀਂ ਇੰਨੀ ਮਹਿੰਗੀ ਕਰ ਦਿਆਂਗੇ ਸਤੰਬਰ ਵਿੱਚ, ਪੈਟਰੋਲ ਅਸੀਂ 15 ਸਤੰਬਰ ਨੂੰ ਇੰਨਾ ਮਹਿੰਗਾ ਕਰ ਦਿਆਂਗੇ, ਅਕਤੂਬਰ ਵਿੱਚ ਅਸੀਂ ਆਟਾ ਇੰਨਾ ਮਹਿੰਗਾ ਕਰਾਂਗੇ। ਇਹ ਸਾਡੀ ਜਿਹੜੀ ਚੀਜ਼ਾਂ ਨੇ ਇਹਦੇ ਉੱਤੋਂ ਅਸੀਂ ਪੈਸੇ ਕਮਾ ਕੇ ਤਾਂ ਦਸੰਬਰ ਵਿੱਚ ਜਾਂ ਜਨਵਰੀ 'ਚ ਜਦੋਂ ਕਿਸ਼ਤ ਤੁਹਾਡੀ ਦੇਣੀ ਹੈ ਤੁਹਾਡੀ ਕਿਸ਼ਤ ਦੇ ਦਿਆਂਗੇ। ਭਾਈਜਾਨ ਜਿਹੜੀ ਹੁਣ ਕੇਅਰ ਟੇਕਰ ਗਵਰਨਮੈਂਟ ਹੈ ਜਿਹਦਾ ਵਜ਼ੀਰ ਆਜ਼ਮ ਕਾਕੜ ਸਾਹਿਬ हैं, वज़ीर आला मोहसिन नकवी है और उस तो इलावा बंदे नासर जमाल के, जमाल नासर एक एक्टर है, वो कल मैं इंटरव्यू सुन रहा सी, वो कह रहा सी मैनू टैलीफोन आया और उन्हें आखिया भी तू वज़ीर बन गया। मैनू तो पता ही नहीं सी, मैं नाता धोता कपड़े शपड़े पा के जाके हलफ लिया। ये बंदे नूं की पता भी की गल है तो की बात है, गुरबत की है, उन्हें किहड़ा वोट लैना है, वो साडा किहड़ा मसेर है, फफेर है। IMF ਦੇ ਪੈਸੇ ਦੇਣੇ ਨਾ ਸੀ, ਉਹਦੀ ਵਜ੍ਹਾ ਨਾਲ ਸਾਡੀ ਬਿਜਲੀ ਮਹਿੰਗੀ ਹੋ ਗਈ, ਸਾਡਾ ਆਟਾ ਮਹਿੰਗਾ ਹੋ ਗਿਆ ਔਰ ਅਸੀਂ ਜਿੰਨਾ ਮਰਜ਼ੀ ਇਤਜਾਜ ਕਰ ਲਈਏ ਇਹ ਬਿੱਲ ਘੱਟ ਨਹੀਂ ਹੋਣਾ। ਸਾਨੂੰ ਕੁਝ ਹੋਰ ਇਹਦਾ ਹੱਲ ਸੋਚਣਾ ਪਏਗਾ। ਅਸੀਂ ਚਰਸ ਪੀ ਕੇ ਸੁੱਤੇ ਰਹਿੰਦੇ ਹਾਂ। ਜਦੋਂ ਟਾਈਮ ਲੰਘ ਜਾਂਦਾ ਉਸ ਟਾਈਮ ਅਸੀਂ ਨੇਕੀ ਦਾ ਕੰਮ ਕਰਨ ਵਾਸਤੇ ਉੱਠ ਪੈਂਦੇ ਹਾਂ। ਭਾਈਜਾਨ ਜਦੋਂ ਤੁਸੀਂ ਪਾਕਿਸਤਾਨ ਨੂੰ ਵੇਖੋਗੇ ਨਾ, ਪਾਕਿਸਤਾਨ ਦੇ ਵਿੱਚ ਕੌਣ ਹੁਕੂਮਤ ਕਰ ਰਿਹਾ ਇਸ ਟਾਈਮ, ਕਿੰਨੀ ਹੁਕੂਮਤ ਹੈ ਪਤਾ ਹੀ ਨਹੀਂ। ਵੈਸੇ 25, 27, 28 ਕਰੋੜ ਬੰਦੇ हैं यार,
27-28 ਕਰੋੜ ਬੰਦੇ ਨੂੰ ਪਤਾ ਹੀ ਨਹੀਂ ਵੀ ਕੌਣ ਸਾਡੇ ਤੇ ਹੁਕੂਮਤ ਕਰ ਰਿਹਾ, ਸਾਨੂੰ ਬਿੱਲ ਕੌਣ ਭੇਜ ਰਿਹਾ, ਸਾਡੀ ਚੀਨੀ ਕੌਣ ਮਹਿੰਗੀ ਕਰ ਰਿਹਾ, ਸਾਡੇ ਆਲੂ ਕੌਣ ਮਹਿੰਗੇ ਕਰ ਰਿਹਾ, ਸਾਡੇ ਅੰਡੇ ਕੌਣ ਮਹਿੰਗੇ ਕਰ ਰਿਹਾ, ਸਾਨੂੰ ਬਿਲਕੁਲ ਇਸ ਗੱਲ ਦਾ ਇਲਮ ਨਹੀਂ। ਇਤਜਾਜ ਭਾਈਜਾਨ ਟਾਈਮ ਤੇ ਕਰੀਦਾ ਹੈ ਜਦੋਂ ਕੋਈ ਇਲੈਕਟਿਡ ਗਵਰਨਮੈਂਟ ਹੋਵੇ ਜਿਹੜੀ ਤੁਹਾਡੀ ਗੱਲਬਾਤ ਸੁਣਦੀ ਹੋਵੇ। ਕੋਈ ਹੁਣ ਵਜ਼ੀਰ ਆਜ਼ਮ ਸਾਹਿਬ ਨੇ ਜਨਾਬ ਅਲੀ ਇਹ ਐਲਾਨ ਕੀਤਾ ਹੈ ਕਿ ਜਨਾਬ ਕੱਲ ਉਹਨੇ ਉਹ ਇੱਕ ਇਜਲਾਸ 'ਚ ਬੁਲਾ ਕੇ ਉਹਨੇ ਕਿਹਾ ਵੀ ਵਾਪਡਾ ਦੇ ਜਿਹੜੇ 18ਵੇਂ ਗ੍ਰੇਡ ਦੇ ਬੰਦੇ ਹਨ ਨਾ ਉਹਨਾਂ ਦੇ ਯੂਨਿਟ ਤੁਸੀਂ ਜਿਹੜਾ ਨਾ ਫ੍ਰੀ ਕੱਟ ਦਿਓ। ਰੀਡਿੰਗ ਕਿਹਨੇ ਕਰਨੀ? ਰੀਡਿੰਗ ਭਾਈਜਾਨ ਉਹਨਾਂ ਨੇ ਕਰਨੀ ਹੁੰਦੀ ਹੈ। ਉਹ ਰੀਡਿੰਗ 'ਚ ਆਦੇ 5-7 ਯੂਨਿਟ ਪਾ ਕੇ ਫਿਰ ਉਹ ਕਹਿ ਦੇਣਗੇ ਵੀ ਲਓ ਜੀ ਇਹ ਆ ਗਿਆ। ਫਿਰ ਕੁੰਡਾ ਸਿਸਟਮ, ਮੈਂ ਵਾਪਡਾ ਦੇ ਕਈ ਬੰਦਿਆਂ ਨੇ ਜਾਣਨਾ ਜਿਹੜਾ ਕੁੰਡੀ ਲਾਉਂਦੇ, AC ਚਲਾਉਂਦੇ। किस तरह तुसी गल कर रहे हो भाईजान? एहतजाज जिहड़ा है वो तुहाडा बेसूद है। अब पछताए क्या होत जब चिड़ियां चुग गई खेत। हुण भी सारे दोस्त इस गल दे मुंतज़र रहन भी कोई बाहरों फरिश्ता आएगा या कोई अल्लाह की नुसरत मदद आएगी तो असीं जनाबे अली बिल ते भर देंगे और बड़े मामलात बेहतरीन हो जाएंगे। इवें कुछ भी नहीं होना। अल्लाह पाक कुरान मजीद विच फरमांदा है भी मैं उस कौम की हालत नहीं बदलदा जिहदे विच अंदरों वो अपनी हालत ना बदलना चाहती हो। अपनी हालत ते गौर करिए असी की कर रहे हैं। बेहतर हाल यही है कि असी जनाब जिहड़ा 1980s के दौर से जो बिजली है ही नहीं पिंडां च असी वो करिए। असी पक्खे चलाइए ही ना, AC बंद कर दईए, झटका दईए इन्हां लोगों नूं। झटके तो बगैर इन्हां लोगों ने नहीं काम करना। मैं उम्मीद करना कि वीडियो तुहानूं पसंद आएगी। शेयर कर दो। बेहद शुक्रिया।